ਸਵਾਗਤ ਹੈ ਤੁਹਾਡਾ ਆਪਣਾ ਹਫਤਾਵਾਰੀ ਪ੍ਰੋਗਰਾਮ ਖਬਰਾਂ ਪੰਜਾਬ ਦੀਆਂ। ਇਹਨਾਂ ਖਬਰਾਂ ਦੇ ਵਿੱਚ ਆਪਾਂ ਖਾਸ ਤੌਰ ਤੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਦਾ ਕਿ ਆਪਣੇ ਪੇਪਰਾਂ ਦੇ ਨਾਲ ਕੋਈ ਨਾ ਕੋਈ ਤਾਲੁਕ ਹੁੰਦਾ। ਸੋ ਅੱਜ ਜਿਹੜੀਆਂ ਖਬਰਾਂ ਮੈਂ ਤੁਹਾਡੇ ਨਾਲ ਲੈ ਕੇ ਆਏ ਹਾਂ ਉਹਨਾਂ ਦੇ ਵਿੱਚੋਂ ਪਹਿਲੀ ਖਬਰ ਜਿਹੜੀ ਹੈ ਉਹ ਹੈ ਦਾਸਤਾਨ ਸ਼ਹੀਦਾਂ ਦੀ। ਇਹ ਥੀਮ ਪਾਰਕ ਬਣਾਇਆ ਗਿਆ ਸੀਗਾ ਔਰ ਇਹ ਬਣਾਇਆ ਗਿਆ ਸੀ ਚਮਕੌਰ ਸਾਹਿਬ ਦੇ ਵਿੱਚ। ਤੁਹਾਨੂੰ ਯਾਦ ਹੋਣਾ ਹੈ ਕਿ ਪਿਛਲੇ ਸਾਲ ਇਹ 19 ਨਵੰਬਰ ਨੂੰ ਇਹਦੀ ਇਨੋਗ੍ਰੇਸ਼ਨ ਹੋਈ ਸੀ, ਉਦਘਾਟਨ ਕੀਤਾ ਗਿਆ ਸੀਗਾ। ਉਸ ਵੇਲੇ ਦੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ, ਕਿਉਂਕਿ ਉਹਨਾਂ ਦੀ ਕਨਸਟੀਚੁਐਂਸੀ ਦੇ ਵਿੱਚ ਵੀ ਪੈਂਦਾ ਹੈ ਔਰ ਇਹਦੀ ਕਿਤੇ ਨਾ ਕਿਤੇ ਪੇਪਰਾਂ ਦੇ ਨਾਲ ਵੀ ਲਿੰਕ ਹੈ ਔਰ ਆਪਣੀ ਹਿਸਟਰੀ ਦੇ ਨਾਲ ਵੀ ਬਹੁਤ ਇੰਪੋਰਟੈਂਟ ਲਿੰਕ ਹੈ। 7 ਦਸੰਬਰ 1705 ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲੇ ਤਾਂ ਚਮਕੌਰ ਸਾਹਿਬ ਦੇ ਇੱਥੇ ਆ ਕੇ ਇਹ ਟਿਕੇ ਸੀਗੇ, ਪਰ ਇਹਨਾਂ ਦੇ ਪਿੱਛੇ ਹੀ ਮੁਗਲ ਫੌਜਾਂ ਨੇ ਇਹਨਾਂ ਦਾ ਪਿੱਛਾ ਕੀਤਾ ਸੀਗਾ। ਜਦੋਂ ਕਿ ਔਰੰਗਜ਼ੇਬ ਨੇ ਔਰ ਉਹਦੇ ਜਿਹੜੇ ਹਾਕਮ ਸੀ ਨਾਲ ਦੇ, ਉਹਨਾਂ ਨੇ ਕਸਮਾਂ ਖਾਧੀਆਂ ਸੀਗੀਆਂ ਕਿ ਜਦੋਂ ਤੁਸੀਂ ਕਿਲੇ ਚੋਂ ਨਿਕਲ ਜਾਓਗੇ, ਨਿਕਲ ਜਾਓਗੇ ਤਾਂ ਤੁਹਾਡਾ ਕੋਈ ਪਿੱਛਾ ਨਹੀਂ ਕੀਤਾ ਜਾਏਗਾ, ਤੁਹਾਨੂੰ ਸ਼ਾਂਤੀਪੂਰਵਕ ਅੱਗੇ ਵਧਣ ਦਿੱਤਾ ਜਾਏਗਾ ਤਾਂ ਕਿ ਤੁਸੀਂ ਆਪਣੇ ਟਿਕਾਣੇ ਤੇ ਪਹੁੰਚ ਜਾਓ। ਪਰੰਤੂ ਉਹ ਵਾਅਦਾ ਖਿਲਾਫੀ ਕਰਕੇ ਉਹਨਾਂ ਨੇ ਪਿੱਛੇ ਆਪਣੀ ਫੌਜਾਂ ਭੇਜੀਆਂ ਔਰ ਚਮਕੌਰ ਸਾਹਿਬ ਜਦੋਂ ਗੁਰੂ ਸਾਹਿਬ ਪਹੁੰਚੇ ਤਾਂ ਉਸ ਵੇਲੇ ਉਹਨਾਂ ਦੇ ਪਿੱਛੇ ਲੱਖਾਂ ਦੀ ਫੌਜ ਸੀ ਔਰ ਇਹਨਾਂ ਦੇ ਕੋਲ ਬਹੁਤ ਥੋੜੇ ਜਿਹੇ ਉਸ ਵੇਲੇ ਨਾਲ ਸਿੰਘ ਸਨ ਜਿਨ੍ਹਾਂ ਨੇ ਕਿ ਆਖਰੀ ਦਮ ਤੱਕ ਮੁਗਲਾਂ ਦੀ ਫੌਜ ਨਾਲ ਲੜਾਈ ਕੀਤੀ ਔਰ ਉਸਦੇ ਨਾਲ ਹੀ ਪਿਆ ਸੀਗਾ, ਕਹਿੰਦੇ ਕਿ 1.25 ਲੱਖ ਸੇ ਇੱਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਸੋ 7 ਦਸੰਬਰ 1705 ਨੂੰ ਇਸ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਇੱਥੇ ਲੜਾਈ ਹੋਈ ਸੀ, ਜਿਹਦੇ ਵਿੱਚ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਉਹਨਾਂ ਦੀ ਸ਼ਹਾਦਤ ਹੋਈ ਔਰ ਉਹਨਾਂ ਦੇ ਨਾਲ ਆਪਣੇ ਜਿਹੜੇ 3 ਪਿਆਰੇ ਸੀਗੇ, 5 ਪਿਆਰੇ ਸੀ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ, ਇਹਨਾਂ ਦੀ ਸ਼ਹਾਦਤ ਵੀ ਇੱਥੇ ਹੋਈ ਸੀ। ਔਰ ਭਾਈ ਸੰਗਤ ਸਿੰਘ ਉਹਨਾਂ ਨੇ ਗੁਰੂ ਸਾਹਿਬ ਦਾ ਭੇਸ ਬਣਾ ਕੇ ਗੜੀ ਦੇ ਉੱਤੇ ਬੈਠ ਗਏ ਸੀ ਤਾਂ ਕਿ ਮੁਗਲ ਫੌਜਾਂ ਨੂੰ ਇਹ ਭੁਲੇਖਾ ਪੈ ਜਾਏ ਕਿ ਗੁਰੂ ਸਾਹਿਬ ਹਲੇ ਵੀ ਇਸ ਗੜੀ ਦੇ ਵਿੱਚ ਨੇ ਔਰ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਗੜੀ ਦੇ ਵਿੱਚੋਂ ਨਿਕਲੇ ਸੀਗੇ ਤੇ ਜਾ ਕੇ ਬਾਅਦ ਵਿੱਚ ਫਿਰ ਅਸੀਂ ਦੇਖਦੇ ਹਾਂ ਕਿ ਤਲਵੱਡੀ ਸਾਬੋ ਪਹੁੰਚੇ ਸੀਗੇ। ਸੋ ਦਾਸਤਾਨ ਸ਼ਹੀਦਾਂ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਦੇ ਦੋਨੋਂ ਵੱਡੇ ਫਰਜ਼ੰਦ ਔਰ 3-5 ਪਿਆਰੇ ਉਹਨਾਂ ਨੇ ਸ਼ਹਾਦਤ ਹਾਸਲ ਕੀਤੀ ਸੀਗੀ ਔਰ ਇਸ ਜਗ੍ਹਾ ਦੇ ਉੱਤੇ ਬੇਲਾ ਦੇ ਸਰਦਾਰ ਹਰਦਿਆਲ ਸਿੰਘ ਉਹਨਾਂ ਨੇ 1831 ਦੇ ਵਿੱਚ ਗੁਰਦੁਆਰਾ ਵੀ ਬਣਵਾਇਆ ਸੀ। ਚੱਲਦੇ ਹਾਂ ਅਗਲੀ ਖਬਰ ਦੇ ਉੱਤੇ। ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ 16 ਮਾਰਚ ਨੂੰ ਸਹੁੰ ਚੱਕੀ ਸੀਗੀ ਔਰ ਉਸ ਤੋਂ ਬਾਅਦ ਮੰਤਰੀ ਵੀ ਚੁਣੇ ਗਏ ਸੀਗੇ। ਫਿਰ 21 ਮਾਰਚ ਨੂੰ ਉਹਨਾਂ ਦੇ ਮੰਤਰਾਲੇ ਜਿਹੜੇ ਸੀ ਉਹ ਵੰਡੇ ਗਏ ਸੀਗੇ। ਉਹਨਾਂ ਦੇ ਵਿੱਚ ਦੁਬਾਰਾ ਫੇਰ ਬਦਲ ਹੋ ਚੁੱਕਿਆ ਹੈ। ਇਹਦੇ ਬਾਰੇ ਆਪਾਂ ਵਿਸਤਾਰ ਦੇ ਵਿੱਚ ਦੁਬਾਰਾ ਫਿਰ ਗੱਲ ਕਰਾਂਗੇ ਕਿ ਕਿਹੜੇ ਮੰਤਰੀ ਦੇ ਕੋਲ ਕਿਹੜਾ ਮੰਤਰਾਲਾ ਹੈ। ਇਹਦੇ ਬਾਰੇ ਆਪਾਂ ਦੁਬਾਰਾ ਫਿਰ ਗੱਲ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਕਾਫੀ ਫੇਰ ਬਦਲ ਹੋ ਚੁੱਕਿਆ ਹੈ। ਇੱਕ ਮਾਨ ਸਾਹਿਬ ਨੇ 26 ਮਾਰਚ ਨੂੰ ਇੱਕ ਬਿਆਨ ਦਿੱਤਾ ਸੀਗਾ। ਬਿਆਨ ਸੀਗਾ ਕਿ ਜਦੋਂ ਵੀ ਕੋਈ ਕੁਦਰਤੀ ਆਫਤ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਮੁਆਵਜ਼ਾ ਪਹਿਲਾਂ ਦਿੱਤਾ ਜਾਏਗਾ ਔਰ ਗਿਰਦੌਰੀ ਜਿਹੜੀ ਸੀ ਉਹ ਬਾਅਦ ਚ ਕਰਾਈ ਜਾਏਗੀ। ਸੋ ਇਸ ਤਰੀਕੇ ਦਾ ਬਿਆਨ ਮਾਨ ਸਾਹਿਬ ਨੇ ਦਿੱਤਾ ਸੀਗਾ ਕਿ ਨਰਮੇ ਦੀ ਫਸਲ ਨੂੰ ਜਿਵੇਂ ਗੁਲਾਬੀ ਸੁੰਡੀ ਤੇ ਚਿੱਟੀ ਸੁੰਡੀ ਇਹਨਾਂ ਵੱਲੋਂ ਨੁਕਸਾਨ ਹੋਇਆ, ਇਸ ਕਰਕੇ ਇਹਨਾਂ ਨੂੰ ਪਹਿਲਾਂ ਮੁਆਵਜ਼ਾ ਦਿੱਤਾ ਜਾਏਗਾ ਔਰ ਬਾਅਦ ਵਿੱਚ ਜਿਹੜਾ ਸੀਗਾ ਗਿਰਦੌਰੀ ਕੀਤੀ ਜਾਏਗੀ ਤਾਂ ਕਿ ਕਿਸਾਨਾਂ ਨੂੰ ਅਸਲੀ ਉਹਨਾਂ ਦਾ ਹੱਕ ਮਿਲ ਸਕੇ ਔਰ ਉਹਨਾਂ ਨੂੰ ਬਹੁਤੇ ਨੁਕਸਾਨ ਨਾ ਝੱਲਣੇ ਪੈਣ। ਕਿੰਨਾ ਹੋ ਚੁੱਕਿਆ ਇਹ ਤੁਸੀਂ ਆਪਣੇ ਇਲਾਕੇ ਜਾਣ ਸਕਦੇ ਹੋ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕੱਠਿਆ ਫਾਜ਼ਿਲਕਾ ਦਾ ਦੌਰਾ। ਹੁਣ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਗਵਰਨਰ ਸਾਹਿਬਾਨ ਉਹ ਕਿਉਂਕਿ ਸਟੇਟ ਦੇ ਇੱਕ ਫਿਗਰੇਟਿਵ ਹੈਡ ਹੁੰਦੇ ਨੇ, ਜਿਵੇਂ ਦੇਸ਼ ਦਾ ਪ੍ਰੈਜ਼ੀਡੈਂਟ ਹੈ ਉਵੇਂ ਗਵਰਨਰ ਦੀ ਇੱਕ ਰੋਲ ਹੈ ਕਿ ਉਹ ਇੱਕ ਫਿਗਰੇਟਿਵ ਹੈਡ ਹੈ, ਸਟੇਟ ਦਾ ਫਿਗਰੇਟਿਵ ਹੈਡ ਹੈ। ਪਰ ਪਿੱਛੇ ਦੇ ਪੰਜਾਬ ਦੇ ਗਵਰਨਰ ਸਾਹਿਬ ਨੇ ਉਹਨਾਂ ਨੇ ਕਿਹਾ ਸੀ ਕਿ ਮੈਂ ਦੌਰਾ ਕਰਨਾ ਹੈ, ਫਾਜ਼ਿਲਕਾ ਦੇ ਇਲਾਕੇ ਦਾ ਦੌਰਾ ਕਰਨਾ ਹੈ। ਸੋ ਉਸ ਦੌਰੇ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਨਾਲ ਉਹਨਾਂ ਦੇ ਗਏ ਔਰ ਫਾਜ਼ਿਲਕਾ ਦਾ ਦੌਰਾ ਕੀਤਾ।
ਔਰ ਇਹ ਖਾਸ ਤੌਰ ਤੇ ਇਸ ਕਰਕੇ ਵੀ ਜ਼ਰੂਰੀ ਤੁਹਾਨੂੰ ਜਾਣਨਾ ਹੈਗਾ ਕਿਉਂਕਿ ਪਿੱਛੇ ਜਿਹੇ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਜਿਹੜੇ ਬਾਰਡਰ ਲੱਗਦੇ ਨੇ ਪਾਕਿਸਤਾਨ ਤੇ ਬੰਗਲਾਦੇਸ਼ ਦੇ, ਉਹਨਾਂ ਦੇ ਨਾਲ ਦਾ 50-50 ਕਿਲੋਮੀਟਰ ਦਾ ਇਲਾਕਾ ਉਹ ਬਾਰਡਰ ਸਿਕਿਉਰਿਟੀ ਫੋਰਸ ਦੇ ਅੰਡਰ ਕਰ ਦਿੱਤਾ ਗਿਆ। ਦੈਟ ਮੀਨਸ ਕਿ ਪੰਜਾਬ ਦਾ ਬਹੁਤ ਸਾਰਾ ਇਲਾਕਾ, ਤੁਸੀਂ ਜਾਣਦੇ ਹੋ ਕਿ ਪੰਜਾਬ ਦਾ 553 ਕਿਲੋਮੀਟਰ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਦੇ ਨਾਲ ਲੱਗਦਾ ਹੈ, ਔਰ 50-50 ਕਿਲੋਮੀਟਰ ਦਾ ਜਿਹੜਾ ਇਲਾਕਾ ਹੈ ਦੈਟ ਮੀਨਸ ਕਿ ਉਹ ਹੁਣ ਤੁਹਾਡੇ ਕਿਹਦੇ ਅੰਡਰ ਆ ਗਿਆ? ਬਾਰਡਰ ਸਿਕਿਉਰਿਟੀ ਫੋਰਸ ਦੇ ਅੰਡਰ ਆ ਗਿਆ ਉਹ। ਪਰ ਹਰ ਇੱਕ ਚੀਜ਼ ਦੇ ਵਿੱਚ ਨਹੀਂ, ਪਰ ਕਾਫੀ ਚੀਜ਼ਾਂ ਦੇ ਵਿੱਚ ਉਹ ਬਾਰਡਰ ਸਿਕਿਉਰਿਟੀ ਫੋਰਸ ਦੇ ਅੰਡਰ ਆ ਜਾਂਦਾ ਹੈ। ਇਸ ਕਰਕੇ ਕਿਤੇ ਨਾ ਕਿਤੇ ਸੈਂਟਰ ਦੀ ਉਹਦੇ ਵਿੱਚ ਸਿੱਧਾ ਹਸਤਕਸ਼ੇਪ ਹੋ ਜਾਂਦਾ ਹੈ। ਸੋ ਇਸ ਕਰਕੇ ਜਿਹੜੇ ਸੀਗੇ ਸਾਡੇ ਗਵਰਨਰ ਸਾਹਿਬ ਬਨਵਾਰੀਲਾਲ ਪੁਰੋਹਿਤ ਜੀ ਔਰ ਮੁੱਖ ਮੰਤਰੀ, ਉਹਨਾਂ ਨੇ ਉਸ ਇਲਾਕੇ ਦਾ ਦੌਰਾ ਕੀਤਾ। ਇਹ ਐਗਜ਼ਾਮ ਦੇ ਪੁਆਇੰਟ ਆਫ ਵਿਊ ਦੇ ਨਾਲ ਖਬਰ ਇੰਪੋਰਟੈਂਟ ਨਹੀਂ, ਪਰ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਸਾਨੂੰ ਇੱਥੇ ਜਾਣਨਾ ਜ਼ਰੂਰੀ ਹੈ ਕਿ 50 ਕਿਲੋਮੀਟਰ ਦਾ ਜਿਹੜਾ ਇਲਾਕਾ ਹੈ ਬਾਰਡਰ ਤੋਂ, ਉਹ ਕਿਹਦੇ ਅੰਡਰ ਆ ਗਿਆ? ਬਾਰਡਰ ਸਿਕਿਉਰਿਟੀ ਫੋਰਸ ਦੇ ਅੰਡਰ ਆ ਗਿਆ, ਔਰ ਇਹ ਸਾਰੀਆਂ ਸਟੇਟਾਂ ਵਾਸਤੇ ਉਹਨਾਂ ਨੇ ਹੁਣ ਯੂਨੀਫਾਰਮ ਕਰ ਦਿੱਤਾ। ਜਦੋਂ ਕਿ ਪਹਿਲਾਂ ਪੰਜਾਬ ਦਾ 15 ਕਿਲੋਮੀਟਰ ਦਾ ਇਲਾਕਾ ਜਿਹੜਾ ਸੀਗਾ ਉਹ ਬਾਰਡਰ ਸਿਕਿਉਰਿਟੀ ਫੋਰਸ ਦੇ ਅੰਡਰ ਹੋਇਆ ਕਰਦਾ ਸੀ। ਸੂਬੇ ਦੀਆਂ ਮੰਡੀਆਂ ਵਿੱਚ ਸੋਲਰ ਪਾਵਰ ਪਲਾਂਟ ਲਗਾਏ ਜਾਣਗੇ। ਸੋ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਨੇ, ਉਹਨਾਂ ਨੇ ਵੀ, ਤੇ ਕੁਲਦੀਪ ਧਾਲੀਵਾਲ ਜੀ ਜਿਹੜੇ ਕਿ ਮੰਤਰੀ ਨੇ, ਉਹਨਾਂ ਨੇ ਵੀ ਐਲਾਨ ਕੀਤਾ ਹੈ ਕਿ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਸੋਲਰ ਪਾਵਰ ਪਲਾਂਟ ਲਗਾਏ ਜਾਣਗੇ। ਇਹਦੇ ਨਾਲ ਬਿਜਲੀ ਦੀ ਘਾਟ ਉਹ ਵੀ ਪੂਰੀ ਹੋਏਗੀ, ਔਰ ਕਿਤੇ ਨਾ ਕਿਤੇ ਮੰਡੀਆਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਏਗਾ, ਔਰ এনवायरमेंट ਫ੍ਰੈਂਡਲੀ ਹੋਣ ਦੇ ਨਾਲ ਨਾਲ ਇਹ ਹੋਰ ਪੰਜਾਬ ਦਾ ਕੋਲੇ ਵਗੈਰਾ ਦੀ ਵੀ ਬਚਤ ਹੋਏਗੀ। ਬੁੱਢੇ ਨਾਲੇ ਦੀ ਸਫਾਈ ਦਾ ਕੰਮ, ਬੁੱਢਾ ਨਾਲਾ ਵੀ ਪਿੱਛੇ ਜੇ ਬਹੁਤ ਚਰਚਾ ਦੇ ਵਿੱਚ ਰਿਹਾ। ਇਹ ਕਿਹਾ ਜਾਂਦਾ ਹੈ ਕਿ ਕਦੇ ਸਤਲੁਜ ਦਰਿਆ ਉਹ ਲੁਧਿਆਣਾ ਦੇ ਵਿੱਚ ਦੀ ਲੰਘਦਾ ਹੁੰਦਾ ਸੀਗਾ, ਜਦੋਂ ਉਹਨੇ ਆਪਣਾ ਰਸਤਾ ਬਦਲਿਆ ਤਾਂ ਉਹ ਲੁਧਿਆਣੇ ਦੇ ਨਾਲ ਨਾਲ ਤਾਂ ਹੋ ਗਿਆ, ਪਰ ਇਹ ਨਾਲ ਕੋਈ 47 ਕਿਲੋਮੀਟਰ ਜਿਹੜਾ ਇੱਕ ਜਿਹੜੀ ਟ੍ਰਿਬਿਊਟਰੀ ਅੱਜ ਹੈਗੀ ਹੈ, ਜਿਹਨੂੰ ਆਪਾਂ ਬੁੱਢਾ ਨਾਲਾ ਕਹਿੰਦੇ ਆ, ਇਹ ਤਕਰੀਬਨ 14 ਕਿਲੋਮੀਟਰ ਇਹ ਲੁਧਿਆਣੇ ਦੇ ਸ਼ਹਿਰ ਦੇ ਵਿੱਚੋਂ ਲੰਘਦਾ। ਸੋ ਇਹ ਬੁੱਢਾ ਨਾਲਾ ਇੱਕ ਤਰੀਕੇ ਨਾਲ ਇਹ ਸਤਲੁਜ ਦੀ ਹੁਣ ਇੱਕ ਟ੍ਰਿਬਿਊਟਰੀ ਬਣ ਗਿਆ, ਜਿਹੜਾ ਕਿ ਉਹਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਸਤਲੁਜ ਦੇ ਵਿੱਚ ਆਉਂਦਾ। ਪਰ ਤੁਸੀਂ ਇਹ ਵੀ ਜਾਣਦੇ ਹੋ ਕਿ ਸਾਰੀ ਇੰਡਸਟਰੀ ਦਾ ਗੰਦਾ ਪਾਣੀ, ਸੀਵਰੇਜ ਦਾ ਪਾਣੀ, ਉਹ ਵੀ ਬੁੱਢੇ ਨਾਲੇ ਦੇ ਨਾਲ ਨਾਲ ਜਿਹੜਾ ਸੀਗਾ ਉਹਦੇ ਵਿੱਚ ਜਾਂਦਾ ਤੇ ਉਹਨੂੰ ਗੰਦੇ ਨਾਲੇ ਦੇ ਵਿੱਚ ਤਬਦੀਲ ਹੋ ਚੁੱਕਿਆ। ਇਸ ਕਰਕੇ ਬਹੁਤ ਦੇਰ ਤੋਂ ਕੰਮ ਚੱਲ ਰਿਹਾ, ਕਿਉਂਕਿ ਲੁਧਿਆਣਾ ਸਮਾਰਟ ਸਿਟੀ ਦੇ ਪ੍ਰੋਜੈਕਟ ਦੇ ਅੰਡਰ ਵੀ ਹੈ। ਇਸ ਕਰਕੇ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਪੰਜਾਬ ਸਰਕਾਰ ਨੇ ਤੇ ਸੈਂਟਰ ਗਵਰਨਮੈਂਟ ਨੇ, ਕੇਂਦਰੀ ਸਰਕਾਰ ਨੇ ਜੁਆਇੰਟਲੀ ਮਿਲ ਕੇ ਚੱਕਿਆ ਹੋਇਆ, ਔਰ ਇਹਦੇ ਵਾਸਤੇ ਜਿਹੜਾ ਸੀਗਾ 850 ਕਰੋੜ ਦਾ ਬਜਟ ਉਹ ਐਲੋਕੇਟ ਕੀਤਾ ਹੋਇਆ। ਇਹ ਕਿਹਾ ਜਾਂਦਾ ਕਿ 54% ਜਿਹੜਾ ਕੰਮ ਹੈ ਉਹ ਪੂਰਾ ਹੋ ਚੁੱਕਿਆ। ਸੀਵੇਜ ਟ੍ਰੀਟਮੈਂਟ ਪਲਾਂਟ ਵਗੈਰਾ ਲਗਾਏ ਜਾ ਰਹੇ ਨੇ, ਔਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਡਸਟਰੀਆਂ ਦਾ ਪਾਣੀ ਇਹਦੇ ਵਿੱਚ ਗੰਦਾ ਪਾਣੀ ਨਾ ਜਾਏ, ਔਰ ਇਹ ਨਾਲਾ ਸਾਫ਼ ਹੋ ਜਾਏ, ਔਰ ਜਿਹੜੀ ਪਵਿੱਤਰਤਾ ਸੀ ਇਹਦੀ ਉਹ ਦੁਬਾਰਾ ਬਣ ਜਾਏ। ਐਮਐਸਪੀ ਕਮੇਟੀ ਵਿੱਚ ਪੰਜਾਬ ਦੀ ਨੁਮਾਇੰਦਗੀ, ਇਹ ਵੀ ਇੱਕ ਬਹੁਤ ਇੰਪੋਰਟੈਂਟ ਖਬਰ ਹੈ, ਪੰਜਾਬੀਆਂ ਵਾਸਤੇ ਵੀ ਇੰਪੋਰਟੈਂਟ ਹੈ। ਤੁਸੀਂ ਜਾਣਦੇ ਹੀ ਹੋ ਕਿ 2020 26 ਨਵੰਬਰ ਨੂੰ ਦਿੱਲੀ ਦੇ ਵਿੱਚ ਧਰਨੇ ਲੱਗਣੇ ਸ਼ੁਰੂ ਹੋਏ ਸੀਗੇ, ਔਰ ਅਲਟੀਮੇਟਲੀ ਆਪਾਂ ਦੇਖਦੇ ਹਾਂ ਕਿ ਪਿਛਲੇ ਸਾਲ ਨਵੰਬਰ ਦੇ ਵਿੱਚ 9 ਨਵੰਬਰ ਨੂੰ, ਜਿੱਥੇ ਤੱਕ ਮੈਨੂੰ ਯਾਦ ਪੈਂਦਾ, ਜਦੋਂ ਕਿ ਗੁਰਪੁਰਬ ਸੀਗਾ ਗੁਰੂ ਨਾਨਕ ਦੇਵ ਜੀ ਦਾ, ਉਸ ਵੇਲੇ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤਾ ਸੀਗਾ ਕਿ ਇਹ ਜਿਹੜੇ 3 ਫਾਰਮ ਲਾਜ਼ ਨੇ ਉਹ ਵਿਡਰਾਅ ਕਰਦੀ ਹੈ ਕੇਂਦਰੀ ਸਰਕਾਰ, ਔਰ ਨਾਲ ਇਹ ਵੀ ਕਿਹਾ ਗਿਆ ਸੀਗਾ ਕਿ ਇੱਕ ਐਮਐਸਪੀ ਦੀ ਕਮੇਟੀ ਬਣੇਗੀ, ਔਰ ਉਹ ਐਮਐਸਪੀ ਕਮੇਟੀ ਜਿਹੜੀ ਸੀ ਡਿਸਾਈਡ ਕਰੇਗੀ ਕਿ ਫਸਲਾਂ ਦੀ ਜਿਹੜੀ ਪ੍ਰੋਕਿਉਰਮੈਂਟ ਹੈਗੀ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਾਵੇ, ਔਰ ਕਿਹੜੇ ਭਾਅ ਦੇ ਉੱਤੇ ਕੀਤੀ ਜਾਵੇ, ਕਿਉਂਕਿ ਕਿਸਾਨਾਂ ਦੀ ਇੱਕ ਬਹੁਤ ਵੱਡੀ ਮੰਗ ਸੀ, ਔਰ ਉਹ ਮੰਗ ਜਿਹੜੀ ਸੀਗੀ ਪਹਿਲੀ ਵਾਰ ਮੈਂ ਦੇਖ ਰਿਹਾ ਕਿ ਇੰਨੇ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਨੇ ਚੱਕੀ ਸੀਗੀ। ਇਸ ਤੋਂ ਪਹਿਲਾਂ ਕਦੇ ਵੀ ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜਾ ਸੀਗਾ ਕਿਸਾਨ ਇਕੱਠ ਨਹੀਂ ਹੋਇਆ ਸੀਗਾ। ਸੋ ਇਹ ਉਮੀਦ ਕੀਤੀ ਜਾਂਦੀ ਸੀ ਕਿ ਜਦੋਂ ਇਹ ਐਮਐਸਪੀ ਦੀ ਕਮੇਟੀ ਬਣੇਗੀ ਤਾਂ ਉਹਦੇ ਵਿੱਚ, ਕਿਉਂਕਿ ਪੰਜਾਬ ਹਰਿਆਣਾ ਹੀ ਬਹੁਤ ਮੋਢੀ ਰਹੇ ਨੇ ਕਿਤੇ ਨਾ ਕਿਤੇ ਐਗਰੀਕਲਚਰ ਦੇ ਵਿੱਚ, ਔਰ ਗ੍ਰੀਨ ਰੈਵੋਲੂਸ਼ਨ ਦੇ
ਯੋਗਦਾਨ ਦੇ ਵਿੱਚ, ਤਾਂ ਇੱਥੋਂ ਚੰਗੇ ਤਰੀਕੇ ਨਾਲ ਨੁਮਾਇੰਦਗੀ ਮਿਲੇਗੀ। ਪਰ ਅਸੀਂ ਕੀ ਦੇਖ ਰਹੇ ਹਾਂ ਕਿ ਇਸ ਕਮੇਟੀ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਜ਼ੀਰੋ ਹੈ ਅੱਜ ਦੀ ਤਰੀਕ ਦੇ ਵਿੱਚ। ਇਹ ਕਿਹਾ ਜਾਂਦਾ ਹੈ ਕਿ ਜਿਹੜੀ ਤਿੰਨੋਂ ਇੱਕ ਸੰਯੁਕਤ ਕਿਸਾਨ ਮੋਰਚਾ ਹੈ, ਇਹ ਕਿਹਾ ਜਾਂਦਾ ਕੇਂਦਰ ਸਰਕਾਰ ਵੱਲੋਂ ਕਿ ਇਹਨਾਂ ਨੇ ਕੋਈ ਨਾਮ ਨਹੀਂ ਦਿੱਤੇ, ਇਸ ਕਰਕੇ ਜਿਹੜਾ ਸੀਗਾ ਅਸੀਂ ਇਹਨਾਂ ਦਾ ਕੋਈ ਮੈਂਬਰ ਨਹੀਂ ਲਿੱਤਾ ਹੈ। ਸੋ ਪਰ ਇੱਕ ਇੰਪੋਰਟੈਂਟ ਖਬਰ ਹੈ, ਕਿਉਂਕਿ ਆਪਾਂ ਸਾਰੇ ਜਾਣਦੇ ਹੀ ਹਾਂ, ਕਿਉਂਕਿ ਇਹ ਗੱਲ ਭਗਵੰਤ ਮਾਨ ਜੀ ਨੇ ਵੀ ਜਿਹੜੀ ਸੀਗੀ ਕੇਂਦਰ ਸਰਕਾਰ ਦੇ ਨਾਲ ਚੱਕੀ ਹੈ, ਔਰ ਉਹਦੇ ਵਿੱਚ ਕਿਹਾ ਹੈ ਕਿ ਕੇਂਦਰੀ ਪੂਲ ਦੇ ਵਿੱਚ 35 ਤੋਂ ਲੈ ਕੇ 40% ਦੀ ਕਣਕ ਔਰ 25 ਤੋਂ ਲੈ ਕੇ 30% ਚੌਲ, ਇਹ ਪੰਜਾਬ ਦਾ ਯੋਗਦਾਨ ਰਿਹਾ ਪਿਛਲੇ ਦਹਾਕਿਆਂ ਦੇ ਵਿੱਚ। ਔਰ ਇਸ ਕਰਕੇ MSP ਦੇ ਮਾਮਲੇ ਦੇ ਜਦੋਂ ਕੋਈ ਫੈਸਲਾ ਹੋਵੇ ਤਾਂ ਪੰਜਾਬ ਨੂੰ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਔਰ ਅੱਜ ਦੀ ਤਰੀਕ ਦੇ ਵਿੱਚ ਵੀ ਪੰਜਾਬ ਕਾਫੀ ਵੱਡੇ ਪੱਧਰ ਦੇ ਉੱਤੇ ਸੈਂਟਰਲ ਪੂਲ ਦੇ ਵਿੱਚ ਦੋਨੋਂ ਚੀਜ਼ਾਂ, ਦੈਟ ਇਜ਼ ਜੀਰੀ ਵੀ, ਚੌਲ ਵੀ ਔਰ ਕਣਕ ਦੀ ਯੋਗਦਾਨ ਪਾ ਰਿਹਾ ਹੈ। ਭਾਵੇਂ ਕਿ ਇਹ ਵੀ ਗੱਲ ਤੁਹਾਨੂੰ ਜਾਣਨਾ ਜ਼ਰੂਰੀ ਹੈ ਕਿ ਪੰਜਾਬ ਹਮੇਸ਼ਾ ਅੱਜ ਤੱਕ ਕੇਂਦਰੀ ਪੂਲ ਦੇ ਕੰਟਰੀਬਿਊਸ਼ਨ 'ਚ 1 ਨੰਬਰ ਤੇ ਰਿਹਾ ਹੈ। ਦੈਟ ਮੀਨਸ ਕਿ ਹਮੇਸ਼ਾ ਪਹਿਲੇ ਨੰਬਰ ਦੇ ਉੱਤੇ ਆਇਆ ਹੈ। ਪਰ ਅੱਜ ਤੋਂ 2 ਸਾਲ ਪਹਿਲਾਂ ਅਸੀਂ ਕੀ ਦੇਖਦੇ ਹਾਂ ਕਿ ਮੱਧ ਪ੍ਰਦੇਸ਼ ਨੇ ਪੰਜਾਬ ਤੋਂ ਬਾਜੀ ਮਾਰ ਲਿੱਤੀ ਸੀ, ਜਦੋਂ ਉਹਨੇ 129 ਲੱਖ ਟਨ ਕੇਂਦਰੀ ਪੂਲ ਦੇ ਵਿੱਚ ਕਣਕ ਦੀ ਜਿਹੜੀ ਸੀ ਕੰਟਰੀਬਿਊਸ਼ਨ ਕੀਤੀ ਸੀ, ਜਦੋਂ ਕਿ ਪੰਜਾਬ ਦੀ 127 ਲੱਖ ਟਨ ਰਹੀ ਸੀਗੀ। ਸੋ ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਪੰਜਾਬ ਦਾ ਕਾਫੀ ਵੱਡਾ ਯੋਗਦਾਨ ਹੈ, ਕਿਉਂਕਿ ਪੰਜਾਬ ਸਟੇਟ ਛੋਟੀ ਹੈ, ਏਰੀਆ ਛੋਟਾ ਹੈ। ਬਾਕੀ ਸਟੇਟਾਂ ਬਹੁਤ ਵੱਡੀਆਂ ਸਟੇਟਾਂ ਨੇ, ਉਹਨਾਂ ਕੋਲ ਏਰੀਆ ਬਹੁਤ ਜ਼ਿਆਦਾ ਹੈ। ਛੋਟੀ ਸਟੇਟ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਕੰਟਰੀਬਿਊਸ਼ਨ ਬਹੁਤ ਵੱਡੀ ਰਹੀ ਹੈ। ਇਸ ਕਰਕੇ ਪੰਜਾਬ ਦੇ ਇਸ ਇਸ਼ੂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਚੀਜ਼ ਭਗਵੰਤ ਮਾਨ ਸਾਹਿਬ ਨੇ ਕਹੀ ਹੈ, ਔਰ ਕਿਹਾ ਕਿ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਨੂੰ ਅਸੀਂ ਜੇ ਦੇਖੀਏ ਤਾਂ ਇਸ ਨੂੰ ਕਾਮਯਾਬ ਬਣਾਉਣ ਦੇ ਵਿੱਚ ਔਰ 80 ਕਰੋੜ ਲੋਕਾਂ ਨੂੰ ਫੂਡ ਸਪਲਾਈ ਜਿਹੜੀ ਸੀ ਇੰਸ਼ੋਰ ਕਰਨ ਦੇ ਵਿੱਚ ਪੰਜਾਬ ਦਾ ਇੱਕ ਬਹੁਤ ਵੱਡਾ ਹੱਥ ਹੈ। ਪੰਜਾਬ, ਹਰਿਆਣਾ ਔਰ ਵੈਸਟਰਨ ਯੂਪੀ, ਇਹ 3 ਏਰੀਆਜ਼ ਨੇ ਜਿਨ੍ਹਾਂ ਨੇ ਕਿ ਵੱਡੇ ਲੈਵਲ ਦੇ ਉੱਤੇ ਫੂਡ ਦੇ ਵਿੱਚ, ਜਾਂ ਆਪਾਂ ਕਹਿ ਸਕਦੇ ਹਾਂ ਕਣਕ ਤੇ ਜੀਰੀ ਦੇ ਵਿੱਚ ਵੱਡੇ ਪੱਧਰ ਤੇ ਮੱਲਾਂ ਮਾਰੀਆਂ ਨੇ, ਔਰ ਇਸ ਚੀਜ਼ ਨੂੰ ਯਕੀਨੀ ਬਣਾਇਆ ਕਿ ਅਸੀਂ ਅੱਜ ਫੂਡ ਉਤਪਾਦਨ ਦੇ ਵਿੱਚ ਅਸੀਂ ਸੈਲਫ ਸਫੀਸ਼ੀਐਂਟ ਹੋ ਸਕੇ। ਮੱਤੇਵਾੜਾ ਸਨਅਤੀ ਇਕਾਈ ਨਹੀਂ ਲੱਗੇਗੀ। ਕਾਫੀ ਰੌਲਾ ਪਿਆ ਸੀ ਪਿੱਛੇ ਜੇ ਕਿ ਮੱਤੇਵਾੜਾ ਇਹ ਲੁਧਿਆਣੇ ਦੇ ਨਾਲ ਇੱਕ ਥੋੜਾ ਜੰਗਲੀ ਜਿਹਾ ਜੰਗਲ ਦਾ ਇਲਾਕਾ ਹੈ, ਉੱਥੇ ਸਨਅਤੀ ਪਾਰਕ, ਇੱਕ ਟੈਕਸਟਾਈਲ ਪਾਰਕ ਬਣਾਇਆ ਜਾਏਗਾ। ਇਹ ਚੰਗਾ ਲੱਗਦਾ ਹੈ ਕਿ ਜਦੋਂ ਵੀ ਕੋਈ ਨਵੀਂ ਇੰਡਸਟਰੀ ਲੱਗਦੀ ਹੈ, ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਔਰ ਪੰਜਾਬ ਹੋਰ ਤਰੱਕੀ ਕਰੇਗਾ। ਪਰ ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਜਿਹੜੀ ਬਾਇਓਡਾਇਵਰਸਿਟੀ ਹੈ ਉਹਦਾ ਨੁਕਸਾਨ ਤਾਂ ਨਹੀਂ ਕਿਤੇ ਕਰ ਰਹੇ। ਔਰ ਇਸ ਚੀਜ਼ ਦੇ ਉੱਤੇ ਉੱਥੇ ਦੇ ਲੋਕਾਂ ਨੇ ਰੌਲਾ ਪਾਇਆ ਕਿ ਪੰਜਾਬ ਦੇ ਕੋਲ ਪਹਿਲਾਂ ਹੀ ਜੰਗਲਾਤ ਬਹੁਤ ਘੱਟ ਬਚੇ ਨੇ, ਤਕਰੀਬਨ 3%, 3.04% ਪੰਜਾਬ ਦਾ ਜੰਗਲਾਤ ਬਚਿਆ ਹੋਇਆ ਹੈ, ਜਦੋਂ ਕਿ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ 33% ਏਰੀਆ ਜੰਗਲਾਤ ਦੇ ਅੰਦਰ ਹੋਣਾ ਚਾਹੀਦਾ। ਸੋ ਇਸ ਕਰਕੇ ਉੱਥੇ ਦੇ ਲੋਕਾਂ ਦੇ ਪ੍ਰੋਟੈਸਟ ਦੇ ਹੋਣ ਦੇ ਕਰਕੇ ਪੰਜਾਬ ਸਰਕਾਰ ਨੇ ਕਿਹਾ ਕਿ ਹੁਣ ਇਹ ਜਿਹੜਾ ਟੈਕਸਟਾਈਲ ਪਾਰਕ ਹੈ ਇਹ ਮੱਤੇਵਾੜਾ ਨਹੀਂ ਲਗਾਇਆ ਜਾਏਗਾ, ਇਸ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਏਗਾ। ਨਾਲ ਇਹਦੇ ਇਹ ਵੀ ਸੀਗਾ ਕਿ ਇਸ ਟੈਕਸਟਾਈਲ ਦਾ ਪਾਰਕ ਦਾ ਪਾਣੀ ਨਾਲ ਹੀ ਸਤਲੁਜ ਦੇ ਵਿੱਚ ਜਾ ਕੇ ਗਿਰਨਾ ਸੀਗਾ, ਜਿਹੜੇ ਕਿ ਅੱਗੇ ਹੀ ਹੋਰ ਪਹਿਲਾਂ ਹੀ ਉਹਦੇ ਵਿੱਚ ਗੰਦਾ ਪਾਣੀ ਜਾ ਰਿਹਾ ਹੈ, ਉਸ ਨੂੰ ਰੋਕਣ ਵਾਸਤੇ ਵੀ ਇਹ ਕਦਮ ਚੱਕਿਆ ਗਿਆ। ਮੈਂ ਦੇਖ ਰਿਹਾ ਸੀਗਾ ਕਿ ਇੱਥੇ ਜੰਗਲ ਰਹੇ ਨੇ ਔਰ ਜੰਗਲ ਦੇ ਵਿੱਚ ਕਿਸ ਤਰੀਕੇ ਦੀ ਬਾਇਓਡਾਇਵਰਸਿਟੀ ਹੈ। ਮਸਾ ਤਾਂ ਸਾਨੂੰ ਲੱਗਦਾ ਕਿ ਅੱਜ ਦੀ ਤਰੀਕ ਦੇ ਵਿੱਚ ਕਿਤੇ ਪਸ਼ੂ ਪੰਛੀ ਦੇਖਣ ਨੂੰ ਮਿਲਦੇ ਨੇ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜੰਗਲਾਂ ਨੂੰ ਬਚਾਈਏ ਔਰ ਆਪਣੇ ਜੰਗਲਾਤ ਨੂੰ ਜਿਹੜਾ ਸੀਗਾ ਸੰਭਾਲ ਕੇ ਰੱਖੀਏ। ਆਖਰੀ ਖਬਰ ਲੈਂਦੇ ਹਾਂ ਹੁਣ ਇਹ, ਪੰਜਾਬ ਯੂਨੀਵਰਸਿਟੀ ਦੇ ਸਰੂਪ ਵਿੱਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਜ਼ੋਰਦਾਰ ਮੁਖਾਲਫਤ। ਪੰਜਾਬ ਸਰਕਾਰ ਨੇ ਮੁਖਾਲਫਤ ਕੀਤੀ ਹੈ ਔਰ ਇਹ ਕਿਹਾ ਕਿ ਪੰਜਾਬ ਯੂਨੀਵਰਸਿਟੀ ਇਹ ਲਾਹੌਰ ਦੇ ਵਿੱਚ ਹੁੰਦੀ ਸੀਗੀ, 1882 ਦੇ ਵਿੱਚ ਬਣਾਈ ਗਈ ਸੀਗੀ, ਔਰ ਜਦੋਂ ਪਾਰਟੀਸ਼ਨ ਹੋਈ ਹਿੰਦੁਸਤਾਨ ਦੀ 1947 ਦੇ ਵਿੱਚ,
ਤਾਂ ਉਸ ਵੇਲੇ ਪੰਜਾਬ ਯੂਨੀਵਰਸਿਟੀ ਇਹ ਲਾਹੌਰ ਰਹਿ ਗਈ। ਤਾਂ ਇਸੇ ਕਰਕੇ ਉਸ ਯੂਨੀਵਰਸਿਟੀ ਦਾ ਸਰੂਪ ਜਿਹੜਾ ਸੀਗਾ ਉਹ ਪੰਜਾਬ ਵਾਸਤੇ ਦੁਬਾਰਾ ਬਣਾਇਆ ਗਿਆ, ਔਰ ਇਹ ਜਿਹੜੀ ਯੂਨੀਵਰਸਿਟੀ ਬਣਾਈ ਗਈ ਹੈ ਤਾਂ ਇਹ ਪੰਜਾਬ ਦੇ ਸਾਰਾ, ਉਸ ਵੇਲੇ ਤਾਂ ਸਾਂਝਾ ਪੰਜਾਬ ਹੁੰਦਾ ਸੀਗਾ, ਹਰਿਆਣਾ, ਹਿਮਾਚਲ, ਪੰਜਾਬ ਸਾਰੇ ਇਕੱਠੇ ਹੁੰਦੇ ਸੀਗੇ, ਜਿਹੜਾ ਕਿ 1966 ਦੇ ਵਿੱਚ ਫਿਰ ਦੁਬਾਰਾ ਵੰਡਿਆ ਗਿਆ। ਔਰ ਇਹਦੇ ਵਿੱਚ ਅਸੀਂ ਕੀ ਦੇਖ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ 175 ਕਾਲਜ ਨੇ, ਜਿਹੜੇ ਕਿ ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਲੁਧਿਆਣਾ, ਮੋਗਾ, ਮੁਕਤਸਰ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ, ਇਹਨਾਂ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਕਾਲਜ ਨੇ ਉਹ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਨੇ। ਇਸ ਕਰਕੇ ਇਸ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਨਹੀਂ, ਇਹ ਪੰਜਾਬ ਦੀ ਯੂਨੀਵਰਸਿਟੀ ਹੈ। ਜਿਵੇਂ ਕਿ ਭਗਵੰਤ ਮਾਨ ਸਾਹਿਬ ਨੇ ਕਿਹਾ, ਇਸ ਨੂੰ ਅਸੀਂ ਮੁਖਾਲਫਤ ਕਰਦੇ ਹਾਂ ਤੇ ਨਹੀਂ ਹੋਣ ਦੇਵਾਂਗੇ। ਸੋ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ 1966 ਵਿੱਚ ਜਦੋਂ ਪੰਜਾਬ ਦਾ ਰੀਆਰਗੇਨਾਈਜੇਸ਼ਨ ਹੋਇਆ ਤਾਂ ਉਸ ਵੇਲੇ 20-40 ਦੈਟ ਮੀਨਸ ਕਿ 20% ਜਿਹੜਾ ਸੀਗਾ ਉਹ ਹਰਿਆਣਾ ਨੇ ਦੇਣਾ ਸੀਗਾ, 20% ਹਿਮਾਚਲ ਨੇ ਦੇਣਾ ਸੀ, 20% ਪੰਜਾਬ ਨੇ, 40% ਸੈਂਟਰਲ ਗਵਰਨਮੈਂਟ ਨੇ ਦੇਣਾ ਸੀਗਾ। ਸੋ ਕਿਉਂਕਿ ਹਰਿਆਣਾ ਤੇ ਹਿਮਾਚਲ ਨੇ ਆਪਣੀਆਂ ਯੂਨੀਵਰਸਿਟੀਆਂ ਬਣਾ ਲਈਆਂ, ਇਸ ਕਰਕੇ ਹੁਣ ਇਹ ਸਾਰਾ ਦਾ ਸਾਰਾ ਜਿਹੜਾ ਖਰਚਾ ਸੀਗਾ ਇਹ ਪੰਜਾਬ ਦੇ ਸਿਰੇ ਆ ਗਿਆ ਹੈ। ਪੰਜਾਬ ਇਸ ਚੀਜ਼ ਨੂੰ ਪੂਰਾ ਕਰ ਰਿਹਾ ਹੈ ਤੇ ਇਸ ਕਰਕੇ ਵੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਇਸ ਦੇ ਉੱਤੇ ਪੰਜਾਬ ਦਾ ਹੱਕ ਬਣਦਾ ਹੈ, ਇਸ ਚੀਜ਼ ਨੂੰ ਸੈਂਟਰਲ ਯੂਨੀਵਰਸਿਟੀ ਨਹੀਂ ਬਣਾਇਆ ਜਾ ਸਕਦਾ। ਜੇ ਮੈਂ ਤੁਹਾਨੂੰ ਇਹਦੀ ਹਿਸਟਰੀ ਵੀ ਦੱਸ ਰਿਹਾ ਸੀਗਾ ਕਿ 1882 ਦੇ ਵਿੱਚ ਇਹ ਯੂਨੀਵਰਸਿਟੀ ਬਣੀ ਸੀਗੀ ਲਾਹੌਰ ਦੇ ਵਿੱਚ, ਔਰ ਪਾਰਟੀਸ਼ਨ ਤੋਂ ਬਾਅਦ 1 ਅਕਤੂਬਰ 1947 ਨੂੰ ਇਹ ਫਿਰ ਸੋਲਨ ਦੇ ਵਿੱਚ ਇਹ ਯੂਨੀਵਰਸਿਟੀ ਨੂੰ ਸ਼ੁਰੂ ਕੀਤਾ ਗਿਆ ਸੀਗਾ। ਉੱਥੇ ਦੀਆਂ ਕੈਂਟੋਨਮੈਂਟ ਏਰੀਆ ਦੇ ਵਿੱਚ ਇਸ ਯੂਨੀਵਰਸਿਟੀ ਨੂੰ ਸ਼ੁਰੂ ਕੀਤਾ ਗਿਆ ਸੀ, ਔਰ ਬਾਅਦ ਵਿੱਚ ਚੰਡੀਗੜ੍ਹ ਦੇ ਵਿੱਚ ਇਹਦਾ ਕੈਂਪਸ ਬਣਾਇਆ ਗਿਆ ਸੀਗਾ। ਔਰ ਇਹ ਇੰਡੀਆ ਦੇ ਵਿੱਚ ਨਾ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਵੀ, ਕਿ ਇਸ ਤੋਂ ਪਹਿਲਾਂ ਸਿਰਫ 3 ਯੂਨੀਵਰਸਿਟੀਆਂ ਹੋਰ ਹੁੰਦੀਆਂ ਸੀਗੀਆਂ 1882 ਦੇ ਵਿੱਚ। ਉਹ ਕਿਹੜੀਆਂ? ਬੰਬੇ, ਮਦਰਾਸ ਤੇ ਕਲਕੱਤਾ। ਸੋ ਪੰਜਾਬ ਯੂਨੀਵਰਸਿਟੀ ਹਿੰਦੁਸਤਾਨ ਦੇ ਵਿੱਚ ਚੌਥੀ ਯੂਨੀਵਰਸਿਟੀ ਸੀਗੀ। That is also important, ਕਿਉਂਕਿ ਨਾਰਥ ਜ਼ੋਨ 'ਚ ਅਸੀਂ ਦੇਖਦੇ ਹਾਂ ਕਿ ਇਹ ਇਸ ਵਾਲੇ ਇਲਾਕੇ ਦੇ ਵਿੱਚ ਦਿੱਲੀ ਯੂਨੀਵਰਸਿਟੀ ਵੀ ਜਿਹੜੀ ਸੀਗੀ ਇਸ ਵੇਲੇ ਨਹੀਂ ਬਣੀ ਸੀਗੀ, ਪੰਜਾਬ ਦੇ ਵਿੱਚ ਲਾਹੌਰ ਯੂਨੀਵਰਸਿਟੀ ਜਿਹੜੀ ਸੀਗੀ ਉਹ ਪਹਿਲਾਂ ਬਣੀ। ਇਸ ਕਰਕੇ ਇਹ ਜਿਹੜਾ ਸੀਗਾ ਸਾਨੂੰ ਜਾਣਨਾ ਜ਼ਰੂਰੀ ਹੈ। ਔਰ ਪੰਜਾਬ ਨੇ ਇਸ ਗੱਲ ਦੇ ਉੱਤੇ ਪ੍ਰੋਟੈਸਟ ਕੀਤਾ ਹੈ, ਕਿਉਂਕਿ ਕਈ ਸਟੇਟਾਂ ਨੇ ਇਸ ਦੇ ਉੱਤੇ ਮੁੱਦਾ ਉਠਾਇਆ ਸੀਗਾ ਕਿ ਇਸ ਨੂੰ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਸੀਗਾ ਸੈਂਟਰਲ ਯੂਨੀਵਰਸਿਟੀ ਬਣਾ ਦਿੱਤਾ ਜਾਵੇ। ਸੋ ਪੰਜਾਬ ਯੂਨੀਵਰਸਿਟੀ, ਵੈਸੇ ਤਾਂ ਆਪਾਂ ਪੰਜਾਬ ਨੂੰ PUNJAB ਲਿਖਦੇ ਹਾਂ, ਪਰ ਇੱਥੇ ਪੰਜਾਬ ਯੂਨੀਵਰਸਿਟੀ ਪੁਰਾਣੇ ਸਪੈਲਿੰਗ ਹੀ ਚੱਲੇ ਜਾਂਦੇ, PANJAB ਇਹੀ ਚੱਲੇ ਆਉਂਦੇ ਨੇ। ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ 1 ਅਕਤੂਬਰ 1947 ਨੂੰ ਇਹਨੂੰ ਪੰਜਾਬ ਯੂਨੀਵਰਸਿਟੀ ਨੂੰ ਜਿਹੜਾ ਸੀਗਾ ਬਣਾਇਆ, ਇੱਥੇ ਸ਼ੁਰੂ ਕੀਤਾ ਗਿਆ। ਔਰ ਇਹ ਚੰਡੀਗੜ੍ਹ ਦੇ ਵਿੱਚ ਤੋਂ ਪਹਿਲਾਂ ਇਹ ਸੋਲਨ ਦੇ ਵਿੱਚ ਇਹ ਉੱਥੇ ਦੇ ਕੈਂਟੋਨਮੈਂਟ ਏਰੀਆ ਦੇ ਵਿੱਚ ਇਹਦੀ ਉਸ ਵੇਲੇ ਸ਼ੁਰੂਆਤ ਕੀਤੀ ਗਈ ਸੀਗੀ। ਸੋ ਇਸ ਤਰੀਕੇ ਦੀਆਂ ਖਬਰਾਂ ਨੇ ਜਿਹੜੀਆਂ ਕਿ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਾਂ ਕਿ ਪੰਜਾਬ ਦੀਆਂ ਹੋਰ ਖਬਰਾਂ ਅਸੀਂ ਹਰ ਸ਼ਨੀਵਾਰ ਨੂੰ ਤੁਹਾਡੇ ਕੋਲ ਲੈ ਕੇ ਆਵਾਂਗੇ, ਔਰ ਫਿਰ ਉਹਦੇ ਨਾਲ ਆਪਾਂ MCQ ਵੀ ਡਿਸਕਸ ਕਰਾਂਗੇ, ਬਜਟ ਦੇ ਉੱਤੇ ਵੀ ਗੱਲ ਕਰਾਂਗੇ। ਔਰ ਨਾਲ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਹੈ ਕਿ ਮੈਂ ਦੇਖ ਰਿਹਾ ਸੀਗਾ ਕਿ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਕਿ ਆਓ ਬਾਤਾਂ ਕਰੀਏ, ਉਹਦੇ ਵਿੱਚ ਪਿਛਲੀ ਵਾਰ ਵੀ ਇੱਕ ਅਸੀਂ ਸ਼ੁਰੂ ਕੀਤਾ ਸੀਗਾ, ਇਸ ਵਾਰ ਵੀ ਮੈਂ ਦੇਖ ਰਿਹਾ ਸੀ ਰੱਖੜੀ ਦੇ ਮੌਕੇ ਦੇ ਉੱਤੇ ਇੱਕ ਖਬਰ ਮੈਂ ਦੇਖ ਰਿਹਾ ਸੀਗਾ, ਉਹਦੇ ਉੱਤੇ ਆਪਾਂ ਗੱਲ ਕਰਾਂਗੇ। ਉਹ ਵੀ ਜਿਹੜੀ ਸੀਗੀ ਕਿ ਆਓ ਬਾਤਾਂ ਕਰੀਏ, ਪਰ ਆਪਾਂ ਪੰਜਾਬ ਦੀ ਖਬਰਾਂ ਦੀ ਗੱਲ ਕਰਦੇ ਹਾਂ। ਅਗਲੇ ਹਫਤੇ ਫਿਰ ਮਿਲਾਂਗੇ ਔਰ ਗੱਲ ਕਰਾਂਗੇ ਪੰਜਾਬ ਦੇ MCQs ਦੇ ਬਾਰੇ ਔਰ ਖਬਰਾਂ ਬਾਰੇ।